ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਟੌਪ 8 ਐਟ 8 'ਚ ਇੱਕ ਵਾਰ ਫਿਰ ਸਵਾਗਤ ਹੈ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਮਹਿਮਾਨ ਨੂੰ ਅਸੀਂ ਸੱਦਾ ਦਿੱਤਾ ਹੈ ਉਹਨਾਂ ਨਾਲ ਜੋ ਅਸੀਂ ਗੱਲਬਾਤ ਕਰਨੀ ਹੈ, ਮੈਂ ਥੋੜ੍ਹਾ ਜਿਹਾ ਬਰੀਫ 'ਚ ਉਸ ਬਾਰੇ ਤੁਹਾਨੂੰ ਦੱਸਦੇ ਹਾਂ। ਪਹਿਲਾਂ ਸਾਡੇ ਮਹਿਮਾਨ ਨੇ ਅੱਜ ਸਰਦਾਰ ਬਲਦੇਵ ਸਿੰਘ ਮੁੱਤਾ ਜੀ, ਜਿਹੜੇ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ PCHS ਦੇ CEO ਨੇ ਤੇ ਜੁਲਾਈ 1990 ਤੋਂ ਉਹ ਇਹ ਸਰਵਿਸਿਜ਼ ਦੇ ਰਹੇ ਨੇ, ਇਹ ਸੰਸਥਾ ਚਲਾ ਰਹੇ ਨੇ, ਜਿਸਦਾ ਬੜਾ ਵੱਡਾ ਰੋਲ ਹੈ ਪੰਜਾਬੀ ਕਮਿਊਨਿਟੀ ਦੇ ਲਈ। ਹੁਣ ਕਿਸ ਵਿਸ਼ੇ ਬਾਰੇ ਅੱਜ ਗੱਲਬਾਤ ਕਰਨੀ ਹੈ, ਉਹਨੇ ਸਾਡੇ ਜਿਹੜੇ ਬਹੁਤ ਇੰਪੋਰਟੈਂਟ ਵਰਗ ਹੈ ਇਸ ਵੇਲੇ ਪੰਜਾਬੀ ਕਮਿਊਨਿਟੀ ਦਾ, ਇੰਟਰਨੈਸ਼ਨਲ ਸਟੂਡੈਂਟਸ, ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਅਤੇ ਉਹਨਾਂ ਦਾ ਕੈਨੇਡਾ ਦੇ ਇਕਨੋਮਿਕ ਸਟਰਕਚਰ 'ਚ ਬੜਾ ਵੱਡਾ ਰੋਲ ਰਿਹਾ ਹੈ। ਆਮਦ ਵੀ ਜ਼ਰੂਰੀ ਹੈ ਕੈਨੇਡੀਅਨ ਯੂਨੀਵਰਸਿਟੀਜ਼ ਦੇ ਲਈ, ਕਾਲਜਸ ਦੇ ਲਈ ਅਤੇ ਕੈਨੇਡਾ ਦੇ ਇਕਨੋਮਿਕ ਡਿਵੈਲਪਮੈਂਟ ਦੇ ਲਈ। ਪਰ ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸੋਚਦੇ ਹਾਂ, ਉਦੋਂ ਨਾਲ ਜਿਹੜੇ ਸਟੂਡੈਂਟਸ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਨੇ, ਪੈਰ ਪੈਰ 'ਤੇ ਉਹਨਾਂ ਨੂੰ ਇੱਥੇ ਧਰਤੀ 'ਤੇ ਪਹੁੰਚਦੇ, ਕੈਨੇਡਾ ਦੀ ਧਰਤੀ 'ਤੇ ਪਹੁੰਚਦੇ ਮੁਸ਼ਕਲਾਂ ਦਾ ਜਿਹੜੀਆਂ ਸਾਹਮਣਾ ਕਰਨਾ ਪੈਂਦਾ ਹੈ, ਉਹ ਕਈ ਵਾਰੀ ਆਪਣੀ ਨਜ਼ਰੋਂ ਪਰੋਖੇ ਹੋ ਜਾਂਦੀਆਂ ਨੇ। ਉਹਨਾਂ ਹੀ ਮੁਸ਼ਕਲਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਬਲਦੇਵ ਮੁੱਤਾ ਜੀ ਦੇ ਨਾਲ, ਅਤੇ ਉਹਨਾਂ ਦੀ ਸੰਸਥਾ ਇਸ ਬਾਰੇ ਕੀ ਕਰ ਰਹੀ ਹੈ ਉਸ ਬਾਰੇ ਵੀ ਪੁੱਛਾਂਗੇ। ਸਾਡੇ ਨਾਲ ਸਕਾਈਪ ਦੁਆਰਾ ਜੁੜ ਚੁੱਕੇ ਨੇ ਬਲਦੇਵ ਮੁੱਤਾ ਜੀ, ਬਹੁਤ ਬਹੁਤ ਸਵਾਗਤ ਹੈ ਬਲਦੇਵ ਮੁੱਤਾ ਜੀ, CEO PCHS ਉਹਨਾਂ ਦਾ। ਪ੍ਰਵਾਸੀ ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਬਲਦੇਵ ਜੀ, ਕੈਨੇਡਾ ਦੇ ਵਿੱਚ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਦਾ ਬੜਾ ਵੱਡਾ ਰੋਲ ਹੈ। ਆਪਾਂ ਨੂੰ ਪਤਾ ਕਿ ਆਪਣੇ ਪੰਜਾਬ ਤੋਂ ਬੜੇ ਵੱਡੇ ਪੱਧਰ 'ਤੇ ਜਿਹੜੇ ਵਿਦਿਆਰਥੀਆਂ ਦੀ ਹਿਜਰਤ ਜਿਹੜੀ ਹੈ ਸਟੂਡੈਂਟਸ ਦੀ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਬਹੁਤ ਜ਼ਿਆਦਾ ਵਧੀ ਵੀ ਹੈ। ਜਿਸ ਤਰ੍ਹਾਂ ਕਹਿ ਲਓ ਕਿ ਇੱਕ ਟਰੈਂਡ ਵੀ ਬਣ ਚੁੱਕਾ ਹੈ। ਉੱਥੇ ਬਹੁਤ ਸਾਰੇ ਯੂਨੀਵਰਸਿਟੀਜ਼, ਕਾਲਜਸ ਖਾਲੀ ਰਹਿ ਰਹੇ ਨੇ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਜ਼ ਭਰ ਰਹੀਆਂ ਨੇ। ਪਰ ਸਟੂਡੈਂਟਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ, ਬਹੁਤ ਸਾਰੀ ਫਾਈਨੈਂਸ਼ੀਅਲ ਹਾਰਡਸ਼ਿਪ ਇੱਥੇ ਆ ਕੇ ਵੀ ਸਹਿਣੀ ਪੈਂਦੀ ਹੈ। ਇੱਕਦਮ ਕਲਚਰਲ ਸ਼ੌਕ ਵੀ ਲੱਗਦਾ ਹੈ ਅਤੇ ਇਹਦੇ ਨਾਲ ਸੁਸਾਈਡ ਰੇਟ ਵੀ ਵੱਧ ਰਿਹਾ, ਜਿਹੜੀ ਕਿ ਬੜੀ ਹੀ ਦਰਦਨਾਕ ਵੀ ਗੱਲ ਹੈ ਅਤੇ ਬੜਾ ਚਿੰਤਾਜਨਕ ਵੀ ਗੱਲ ਹੈ। ਤੁਸੀਂ ਇਸ ਸਭ ਕਾਸੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਇਹੀ ਮੈਂ ਤੁਹਾਨੂੰ ਪੁੱਛਾਂਗਾ। ਮੇਰਾ ਖਿਆਲ ਵੀਰ ਜੀ, ਮੈਂ ਦੋ ਹਿੱਸਿਆਂ ਦੇ ਵਿੱਚ ਆਪਣੀ ਡਿਸਕਸ਼ਨ ਨੂੰ ਵੰਡਣਾ ਚਾਹਨਾ। ਇੱਕ ਤਾਂ ਹੈਗੀ ਆ ਕਿ ਜੇ ਇਸ ਨੂੰ ਆਪਾਂ ਕਮਿਊਨਿਟੀ ਵਾਈਡ ਦੇਖੀਏ, ਉਹਦੇ ਵਿੱਚ ਆਪਣਾ ਕੈਨੇਡਾ ਆ ਜਾਂਦਾ, ਪ੍ਰੋਵਿੰਸ ਆ ਜਾਂਦਾ, ਉਹਦੇ ਵਿੱਚ ਆਪਣੀ ਸਾਊਥ ਏਸ਼ੀਅਨ ਭਾਈਚਾਰਾ ਵੀ ਆ ਜਾਂਦਾ। ਉਹ ਹੈਗੀ ਆ ਕਿ ਜਦੋਂ ਆਪਾਂ ਬ੍ਰੇਨ ਡਰੇਨ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਐਕਸਪਲੋਇਟੇਸ਼ਨ ਜੁੜੀ ਹੁੰਦੀ ਆ ਕਿ ਜਿਹੜੇ ਅਮੀਰ ਮੁਲਕ ਆ ਉਹ ਗਰੀਬ ਮੁਲਕਾਂ ਦੇ ਜਾਨੀ ਯੂਥ ਨੂੰ ਖਿੱਚਦੇ ਆ ਆਪਣੇ ਕੰਨੀ ਨੂੰ, ਕਿ ਉਹ ਆਪਣੇ ਪੈਸਿਆਂ ਤੇ ਪੜ੍ਹਾਈ ਕਰਕੇ ਤੇ ਸਾਨੂੰ ਕੁਝ ਪੈਸਾ ਨਾ ਲਾਣਾ ਪਵੇ ਤੇ ਸਾਡੇ ਇਮੀਗ੍ਰੈਂਟ ਬਣ ਕੇ ਤੇ ਸਾਡੀ ਇਕੋਨਮੀ ਨੂੰ ਵਧਣ ਤੇ ਪ੍ਰਫੁੱਲਤ ਹੋਣ। ਤੇ ਉਹਦੇ ਨਾਲ ਜਿਹੜੇ ਗਰੀਬ ਮੁਲਕ ਆ ਉਹਨਾਂ ਚੋਂ ਇਹ ਜਿਹੜਾ ਯੂਥ ਆ, ਜਿਹੜਾ ਇੰਟੈਲੀਜੈਂਟ ਯੂਥ ਆ, ਜਿਹੜਾ ਆ ਕੇ ਇੱਥੇ ਪੜ੍ਹਦਾ, ਉਹਨਾਂ ਦੀ ਉੱਥੇ ਬ੍ਰੇਨ ਡਰੇਨ ਹੋ ਜਾਂਦੀ ਹੈ। ਜਾਨੀ ਉਹਨਾਂ ਦੀ ਯੂਥ ਆਲਰੇਡੀ ਬਾਹਰਲੇ ਮੁਲਕਾਂ 'ਚ ਜਾ ਰਹੀ ਹੈ ਤੇ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਨੁਕਸਾਨ ਵੀ ਹੋਣ ਵਾਲਾ। ਸੋ ਜੇ ਕੈਨੇਡਾ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਤਾਂ ਕਿਸੇ ਨੂੰ ਤਾਂ ਨੁਕਸਾਨ ਹੋਊਗਾ, ਤਾਂ ਹੀ ਆਪਾਂ ਫਾਇਦਾ ਤੇ ਨੁਕਸਾਨ ਨੂੰ ਆਪਾਂ ਸਾਈਮਲਟੇਨੀਅਸਲੀ ਰੱਖਦੇ ਹਾਂ। ਤੇ ਉਹਦੇ ਨਾਲ ਨਾਲ ਜਿਹੜੀ ਐਕਸਪਲੋਇਟੇਸ਼ਨ ਆ, ਇੱਕ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਐਕੈਡੈਮਿਕ ਇੰਸਟੀਟਿਊਸ਼ਨਸ ਆ, ਕੈਨੇਡਾ ਪ੍ਰੋਵਿੰਸ ਆ, ਉਹਨੂੰ ਫਾਇਦਾ ਹੁੰਦਾ ਤੇ ਉਹ ਐਕਸਪਲੋਇਟ ਕਰਦਾ। ਪਰ ਇਹਦੇ ਨਾਲ ਨਾਲ ਆਪਾਂ ਨੂੰ ਆਪਣੀ ਕਮਿਊਨਿਟੀ ਦੇ ਜਿਹੜੇ ਬਿਜ਼ਨੈਸਿਸ ਆ ਤੇ ਜਿਹੜੇ ਕਮਿਊਨਿਟੀ ਦੇ ਜਿਹੜੇ ਕੁਝ ਲੋਕ ਆ, ਕੁਝ ਅਦਾਰੇ ਆ, ਉਹ ਵੀ ਆਪਣੇ ਬੱਚਿਆਂ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਦੇ ਤੇ ਉਹਦੇ ਕਰਕੇ ਵੀ ਆਪਾਂ ਨੂੰ ਇਹਦਾ ਨੁਕਸਾਨ ਉਠਾਉਣਾ ਪੈਂਦਾ। ਸੋ ਇਹ ਇੱਕ ਵੱਡਾ ਲੈਵਲ ਤੇ ਆਪਾਂ ਕਿਸੇ ਦਿਨ ਹੋਰ ਬੈਠ ਕੇ ਥੋੜੀ ਜਿਹੀ ਡਿਟੇਲ ਦੇ ਵਿੱਚ ਇਹਦੇ ਤੇ ਵਿਚਾਰ ਕਰਾਂਗੇ। ਜਿਹੜਾ ਸੈਕੰਡ ਐਸਪੈਕਟ ਆ, ਉਹ ਜਿਹੜਾ ਸਾਰਿਆਂ ਨਾਲੋਂ ਪੇਨਫੁਲ ਐਸਪੈਕਟ ਆ, ਆਪਾਂ ਆਰਥਿਕ ਸੰਕਟ ਵੀ ਆਪਾਂ ਦੂਰ ਕਰ ਸਕਦੇ ਹਾਂ, ਆਈਸੋਲੇਸ਼ਨ ਵੀ ਦੂਰ ਕਰ ਸਕਦੇ ਹਾਂ, ਐਕੈਡੈਮਿਕ ਪ੍ਰੋਬਲਮਾਂ ਵੀ ਦੂਰ ਕਰ ਸਕਦੇ ਹਾਂ, ਸੋਸ਼ਲ ਸਪੋਰਟ ਵੀ ਆਪਾਂ ਦੂਰ ਕਰ ਸਕਦੇ ਹਾਂ। ਪਰ ਇੱਕ ਚੀਜ਼ ਆਪਾਂ ਦੂਰ ਨਹੀਂ ਕਰ ਸਕਦੇ, ਉਹ ਹੈਗੀ ਆ ਜਦੋਂ ਕੋਈ ਨੌਜਵਾਨ ਆਪਣੀ ਆਤਮ ਹੱਤਿਆ ਕਰ ਲੈਂਦਾ, ਚਾਹੇ ਉਹ ਕੁੜੀ ਹੋਵੇ ਚਾਹੇ ਉਹ ਮੁੰਡਾ ਹੋਵੇ। ਕਿਉਂਕਿ ਓਨਟਾਰੀਓ ਦੇ ਵਿੱਚ ਤੇ BC ਦੇ ਵਿੱਚ ਤੇ ਹੋਰ ਕਈ ਇਲਾਕਿਆਂ ਤੋਂ ਵੀ ਆਪਾਂ ਨੂੰ ਖਬਰਾਂ ਮਿਲ ਰਹੀਆਂ ਕਿ ਬਹੁਤ ਸਾਰੇ ਸਟੂਡੈਂਟਸ ਹੈਗੇ ਆ ਜਿਹੜੇ ਕਿ ਪਰੇਸ਼ਾਨ ਇਸ ਲੈਵਲ ਤੱਕ ਹੋ ਜਾਂਦੇ ਆ ਕਿ ਉਹ ਆਪਣੀ ਜਾਨ ਗਵਾ ਬੈਠਦੇ ਆ। ਆ ਜਿਹੜਾ ਪੇਨ ਆ, ਇਹ ਪੇਨ ਆਪਣੀ ਕਮਿਊਨਿਟੀ ਦਾ ਵੀ ਆ, ਇਹ ਪੇਨ ਪ੍ਰੋਵਿੰਸ ਦਾ ਵੀ ਆ, ਕੈਨੇਡਾ ਦਾ ਵੀ ਆ, ਤੇ ਇਹ ਜਿਹੜਾ ਪੇਨ ਆ ਆਪਣੇ ਪੰਜਾਬ ਦਾ ਵੀ ਆ, ਕਿਉਂਕਿ ਉਹਨਾਂ ਦੇ ਮਾਪਿਓ ਉੱਥੇ ਆ। ਰਾਈਟ। ਸੋ ਇਹ ਜਿਹੜਾ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਜਿਹੜਾ ਇੱਕ ਸਿੰਗਲ ਟੌਪਿਕ ਆ,
ਕਿ ਇੱਕ ਬੱਚਾ ਆਪਣੀ ਜਾਨ ਲੈ ਲੈਂਦਾ। ਤੁਸੀਂ ਇਮੇਜਿਨ ਕਰੋ ਕਿ ਉਹ ਪੇਨ ਆਪਾਂ ਐਜ਼ ਏ ਕਮਿਊਨਿਟੀ ਦੇ ਤੌਰ ਤੇ ਉਹਨੂੰ ਕਿਵੇਂ ਡੀਲ ਕਰਦੇ ਹਾਂ। ਕੈਨੇਡਾ ਉਸ ਚੀਜ਼ ਨੂੰ ਕਿਵੇਂ ਡੀਲ ਕਰਦਾ, ਐਕੈਡੈਮਿਕ ਇੰਸਟੀਟਿਊਸ਼ਨਸ ਉਸ ਪੇਨ ਨੂੰ ਕਿਵੇਂ ਡੀਲ ਕਰਦਾ, ਤੇ ਜਿਹੜੇ ਮਾਪਿਓ ਉਹ ਤਾਂ ਵਿਚਾਰੇ ਜਮਾਂ ਹੀ ਟੁੱਟ ਜਾਂਦੇ ਆ। ਅਤੇ ਉਹਨਾਂ ਦਾ ਤਾਂ ਵਿਚਾਰਿਆਂ ਦਾ ਆਪਾਂ ਕੀ ਬਿਆਨ ਕਰਾਂਗੇ ਟੈਲੀਵਿਜ਼ਨ ਦੇ ਉੱਤੇ, ਰਾਈਟ। ਸੋ ਮੇਰਾ ਖਿਆਲ ਦੇ ਵਿੱਚ ਇਹ ਇੱਕ ਬਹੁਤ ਕੰਪਲੈਕਸ ਵਿਸ਼ਾ ਹੈਲਥ ਦੇ ਉੱਤੇ ਜਿਹੜਾ ਤੁਸੀਂ ਛੇੜਿਆ, ਸੁਸਾਈਡ ਦਾ। ਇਹ ਜਾਨੀ ਹਰ ਵਾਰੀ ਜਦੋਂ ਮੈਨੂੰ ਇਹ ਕੋਈ ਨਿਊਜ਼ ਮਿਲਦੀ ਆ ਵੀ ਕਿਸੇ ਬੱਚੇ ਨੂੰ ਅਸੀਂ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਤੇ ਹਸਪੀਟਲ 'ਚ ਡਾਕਟਰਾਂ ਨੇ ਉਹਨਾਂ ਨੂੰ ਸਟੇਬਲਾਈਜ਼ ਕਰਤਾ, ਕੁਛ ਦਿਨ ਉਹ ਰਿਹਾ, ਦਵਾਈਆਂ ਤੇ ਸੀ। ਜਦੋਂ ਉਹ ਬਾਹਰ ਆਇਆ ਤੇ ਅਨਫੋਰਚੂਨੇਟਲੀ ਜਿਹੜੇ ਅਖੀਰਲੇ ਕੁਛ ਜਿਹੜੇ 2-3 ਆਪਾਂ ਨੂੰ ਸੁਸਾਈਡ ਖਬਰ ਮਿਲੀ ਆ, ਉਹਦੇ ਵਿੱਚੋਂ ਇਹੀ ਦੇਖਣ ਨੂੰ ਆਇਆ ਕਿ ਉਹ ਐਕਚੁਅਲੀ ਟ੍ਰੀਟਮੈਂਟ ਲੈ ਰਹੇ ਸੀ ਹਸਪੀਟਲ ਤੋਂ, ਲੇਕਿਨ ਜਿਹੜੀਆਂ ਟ੍ਰੀਟਮੈਂਟ ਲੈਣ ਤੋਂ ਬਾਅਦ ਜਿਹੜੀਆਂ ਕਮਿਊਨਿਟੀ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਮੁੜ ਕੇ ਫਿਰ ਉਹੀ ਸਮੱਸਿਆ, ਰੈਂਟ ਕਿੱਥੋਂ ਪੇ ਕਰਾਂਗੇ, ਟਿਊਸ਼ਨ ਕਿੱਥੋਂ ਪੇ ਕਰਾਂਗੇ, ਜਿਹੜੇ ਸਾਡੇ ਮਾਪਿਆਂ ਨੇ ਕਰਜ਼ਾ ਲੈ ਕੇ ਸਾਨੂੰ ਇੱਥੇ ਭੇਜਿਆ ਉਹ ਅਸੀਂ ਕਿਵੇਂ ਚੁਕਾਵਾਂਗੇ, ਅਸੀਂ PR ਕਿਵੇਂ ਬਣਾਂਗੇ, ਸਾਨੂੰ ਮਤਲਬ ਕਿ ਕੋਈ ਜਿਹੜੇ ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਸਾਨੂੰ ਉਹ ਪੈਸੇ ਨਹੀਂ ਦਿੰਦੇ, ਸਾਡੇ ਪੈਸੇ ਮਾਰ ਲੈਂਦੇ ਆ, ਜਾਂ ਸਾਨੂੰ ਮਤਲਬ ਕਿ ਮਿਨੀਮਮ ਵੇਜ ਤੋਂ ਕਿਤੇ ਜ਼ਿਆਦਾ ਘੱਟ ਪੈਸੇ ਮਿਲਦੇ ਆ। ਉਹ ਜਦੋਂ ਆਪਾਂ ਸਾਰੀਆਂ ਗੱਲਾਂ ਸੁਣਦੇ ਆ ਤਾਂ ਉਹ ਆਪਣੇ ਲਈ ਹੋਰ ਵੀ ਜ਼ਿਆਦਾ ਚਿੰਤਾਜਨਕ ਵਿਸ਼ਾ ਬਣ ਜਾਂਦਾ। ਬਿਲਕੁਲ ਮੁੱਤਾ ਜੀ, ਐਕਸਪਲਾਇਟੇਸ਼ਨ ਜਿਹੜੀ ਆ ਉਹ ਬੜੇ ਪਾਸਿਓਂ ਆ। ਇੱਕ ਕਹਿ ਲਓ ਕਿ ਨਿੱਕੀ ਜੀ ਜਿੰਦ ਨੂੰ 100 ਸਿਆਪੇ, ਉੱਥੇ ਸੁਪਨੇ ਬੰਦਾ ਹੋਰ ਲੈ ਕੇ ਤੁਰਦਾ ਹੈ। ਇਹ ਪਰਿਵਾਰਾਂ ਦੇ ਬਹੁਤ ਵੱਡੇ ਸੁਪਨੇ ਹੁੰਦੇ ਨੇ ਕਿ ਸਾਡਾ ਮੁੰਡਾ ਜਾਂ ਸਾਡੀ ਕੁੜੀ, ਸਾਡੀ ਧੀ ਉੱਥੇ ਵਿਦੇਸ਼ 'ਚ ਜਾ ਰਹੀ ਹੈ ਤੇ ਉੱਥੇ ਜਾ ਕੇ ਪਤਾ ਨਹੀਂ ਕਿੰਨੀ ਜਲਦੀ ਤਰੱਕੀ ਹੋ ਜਾਣੀ ਹੈ, ਤੇ ਉਹਨਾਂ ਨੇ ਕਰਜ਼ੇ ਵੀ ਚੱਕੇ ਹੁੰਦੇ। ਤੁਸੀਂ ਸਾਰੀਆਂ ਗੱਲਾਂ ਜਾਇਜ਼ ਕਹੀਆਂ ਕਿ ਇੰਨੀ ਕਹਿ ਲਓ ਕਿ ਬਹੁਯਾਮੀ ਪ੍ਰੋਬਲਮ ਹੈ, ਇਹ ਮੁਸ਼ਕਲਾਂ ਇੰਨੀਆਂ ਜ਼ਿਆਦਾ ਨੇ ਉਹਨਾਂ ਦੇ ਲਈ, ਤੇ ਉਹ ਕਈ ਵਾਰੀ ਸਹਿ ਨਹੀਂ ਪਾਉਂਦੇ, ਸਟ੍ਰੈਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਹੁਣ ਇੱਥੇ ਗੱਲ ਆਉਂਦੀ ਕਿ ਸਾਡੀ ਐਜ਼ ਏ ਸੁਸਾਇਟੀ ਕੀ ਜ਼ਿੰਮੇਵਾਰੀ ਬਣਦੀ, ਉਹ ਸਾਡੇ ਪਰਿਵਾਰਾਂ ਵਿੱਚ ਆਉਂਦੇ ਨੇ ਤੇ ਅਸੀਂ ਕਈ ਵਾਰੀ ਉਹਨਾਂ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਾਂ। ਅਸੀਂ ਉਹਨਾਂ ਦੀਆਂ ਜਿਹੜੀਆਂ ਕਮੀਆਂ ਹਰੇਕ ਵਿੱਚ ਹੁੰਦੀਆਂ, ਉਹਨਾਂ ਦੀ ਕਮੀਆਂ ਹੀ ਲਿਸਟ ਕਰਦੇ ਹਾਂ ਤੇ ਉਹਨਾਂ ਦੀਆਂ ਮੁਸ਼ਕਲਾਂ ਨਹੀਂ ਸੁਣਦੇ। ਇਹਦੇ ਬਾਰੇ ਕੀ ਕਹੋਗੇ ਤੁਸੀਂ? ਹਾਂਜੀ ਵੀਰ ਜੀ, ਇੱਕ ਚੀਜ਼ ਮੈਂ ਇਹਦੇ 'ਚ ਇੱਕ ਟਰਮ ਯੂਜ਼ ਕਰੂੰਗਾ, ਜਾਨੀ ਬਲੈਕ ਕਮਿਊਨਿਟੀ ਨੇ ਇਹ ਟਰਮ ਕੱਢੀ ਆ, ਉਹਨੂੰ ਕਹਿੰਦੇ ਆ ਇੰਟਰਨਲਾਈਜ਼ਡ ਰੇਸਿਜ਼ਮ। ਮੇਰਾ ਜਿੱਥੇ ਤੱਕ ਖਿਆਲ ਆ ਕਿ ਕਿਸੇ ਹੱਦ ਤੱਕ ਆਪਾਂ ਵੀ ਇਹ ਵਿਤਕਰਾ ਕਰਦੇ ਆ, ਜਿਹੜੇ ਬੱਚੇ ਆਪਣੇ ਨਾਲ ਆਏ ਆ, ਔਰ ਕੁਝ ਸਮਾਜ ਦਾ ਵਰਗ ਇਹਨਾਂ ਨੂੰ ਚੰਗੇ ਨਹੀਂ ਸਮਝਦਾ ਕਿ ਇਹ ਸਾਡੀ ਅਕਸ ਨੂੰ ਖਰਾਬ ਕਰਦੇ ਆ, ਵਿਚ ਇਜ਼ ਨਾਟ ਟਰੂ। ਸੋ ਜੇ ਆਪਾਂ ਦੇਖੀਏ ਕਿ ਓਵਰਵੈਲਮਿੰਗ ਜਿਹੜੇ ਸਟੂਡੈਂਟਸ ਆ ਬੜੇ ਮਿਹਨਤੀ ਆ, ਬਹੁਤ ਲਗਨ ਨਾਲ ਕੰਮ ਕਰਦੇ ਆ, ਭੱਜ ਨੱਠ ਕਰਦੇ ਆ, ਉਹ ਵਿਚਾਰੇ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾਉਣ 'ਚ। ਲੇਕਿਨ ਕੁਝ ਚੀਜ਼ਾਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਜਦੋਂ ਆਪਾਂ ਗਲੋਬਲ ਜਿਹੜੀ ਆਪਣੀ ਸੁਸਾਇਟੀ, ਆਪਣੇ ਜਿਹੜੇ ਸਾਊਥ ਏਸ਼ੀਅਨ ਭਾਈਚਾਰਾ ਜਦੋਂ ਗਲੋਬਲੀ ਸਟੇਟਮੈਂਟਾਂ ਇਸ਼ੂ ਕਰ ਦਿੰਦਾ, ਨੰਬਰ 1 ਆਪਾਂ ਉਸ ਚੀਜ਼ ਨੂੰ ਕਿਵੇਂ ਖਤਮ ਕਰਾਂਗੇ ਜਿਹੜੇ ਕਿ ਬਿਜ਼ਨੈਸਿਸ ਆਪਣੇ ਸਟੂਡੈਂਟਸ ਨੂੰ ਇੰਪਲੋਏ ਕਰਦੇ ਆ ਤੇ ਉਹਨਾਂ ਨੂੰ ਮਿਨੀਮਮ ਵੇਜ ਨਹੀਂ ਦਿੰਦੇ। ਉਹਨਾਂ ਦੇ ਬਾਰੇ ਆਪਣੇ ਕੀ ਪ੍ਰਤੀਕਰਮ ਆ ਤੇ ਉਹਨਾਂ ਦੇ ਬਾਰੇ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਵੀ ਇਹ ਸਟੂਡੈਂਟਸ ਨਾਲ ਨਹੀਂ ਹੋਣਾ ਚਾਹੀਦਾ। ਫਿਰ ਮੈਂ ਇਹ ਵੀ ਕਰਨਾ ਕਿ ਜਿਹੜੇ ਡਰੱਗ ਡੀਲਰਸ ਆਪਣੀ ਕਮਿਊਨਿਟੀ ਦੇ ਵਿੱਚ ਆ ਔਰ ਜਿਹੜੇ ਸਟੂਡੈਂਟਸ ਨੂੰ ਮਿਸਯੂਜ਼ ਕਰਦੇ ਆ, ਕਿਉਂਕਿ ਉਹ ਬਹੁਤ ਯੰਗ ਏਜ 'ਚ ਇੱਥੇ ਕੈਨੇਡਾ 'ਚ ਆਉਂਦੇ ਆ ਤੇ ਉਹਨਾਂ ਨੂੰ ਹਜੇ ਜ਼ਿੰਦਗੀ ਦਾ ਤਜਰਬਾ ਨਹੀਂ ਹੁੰਦਾ ਤੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਗਰੂਮਿੰਗ ਕਰਾਉਂਦੇ ਆ, ਚਾਹੇ ਉਹ ਕੁੜੀਆਂ ਚਾਹੇ ਉਹ ਮੁੰਡੇ, ਫਿਰ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਆ। ਉਹਨਾਂ ਦੇ ਬਾਰੇ ਕੀ ਵਿਚਾਰ ਆ ਸਾਨੂੰ ਉਹਦੇ ਬਾਰੇ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਤੇ ਥਰਡ ਚੀਜ਼ ਜਿਹੜੀ ਹੋਰ ਵੀ ਜ਼ਿਆਦਾ ਵੀਰ ਜੀ ਪੇਨਫੁਲ ਆ, ਉਹ ਇਹ ਆ ਕਿ ਅਸੀਂ ਕਿਉਂ ਆਪਣੀਆਂ ਕੁੜੀਆਂ ਦਾ ਸ਼ੋਸ਼ਣ ਕਰਾਣੇ ਆ ਤੇ ਉਹਨਾਂ ਨੂੰ ਕਿਉਂ ਅਸੀਂ ਉਹਨਾਂ ਦੇ ਪਾਸਪੋਰਟ ਲੈ ਕੇ ਉਹਨਾਂ ਤੋਂ ਗਲਤ ਕੰਮ ਕਰਾਉਣ ਤੇ ਅਸੀਂ ਮਜਬੂਰ ਕਰਦੇ ਆ। ਇਸ ਕਰਕੇ ਕਿਉਂਕਿ ਉਹਨਾਂ ਦੀ ਕੋਈ ਆਵਾਜ਼ ਨਹੀਂ, ਕਿਉਂਕਿ ਅਸੀਂ ਉਹਨਾਂ ਦੀਆਂ ਕੰਡੀਸ਼ਨਾਂ ਕ੍ਰੀਏਟ ਕੀਤੀਆਂ ਤਾਂ ਕਿ ਉਹਨਾਂ ਨੂੰ ਆਪਣੀ ਜਿਸਮ ਵੇਚਣਾ ਪਵੇ। ਇਸ ਕਰਕੇ ਆ ਜਿਹੜੀ ਇਸ਼ੂ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਇੱਥੋਂ ਦਾ ਐਸਟੈਬਲਿਸ਼ਡ ਭਾਈਚਾਰਾ ਜਿਹੜਾ ਕਿ ਗਲਤ ਤਰੀਕੇ ਨਾਲ ਇਹਨਾਂ ਸਟੂਡੈਂਟਸ ਦੇ ਨਾਲ ਬਿਹੇਵ ਕਰਦਾ, ਉਹਨਾਂ ਦੇ ਬਾਰੇ ਆਪਾਂ ਆਵਾਜ਼ ਕਿਉਂ ਨਹੀਂ ਉਠਾਉਂਦੇ। ਇਹ ਕਿਉਂ ਆਵਾਜ਼ ਉੱਠਦੀ ਆ ਕਿ ਇਹ ਸਟੂਡੈਂਟਸ ਆ ਜਾਂਦੇ ਆ, ਇਹ ਲੜਦੇ ਆ, ਇਹ ਗਲਤ ਤਰੀਕੇ ਨਾਲ ਤੁਰਦੇ ਆ, ਇਹਨਾਂ ਨੂੰ ਪਹਿਨਣ ਦੀ ਅਕਲ ਨਹੀਂ, ਇਹਨਾਂ ਨੂੰ ਬੋਲਣ ਦੀ ਅਕਲ ਨਹੀਂ। ਤੇ ਆਪਾਂ ਨਾਲ ਦੀ ਨਾਲ ਇਹ ਵੀ ਫਿਰ ਕਹੀਏ ਕਿ ਜਿਹੜੇ ਬਿਜ਼ਨੈਸਿਸ ਘੱਟ ਪੈਸਿਆਂ ਤੇ ਕੰਮ ਕਰਾਉਂਦੇ ਆ,
ਜਿਹੜੇ ਡਰੱਗ ਡੀਲਰਸ ਇਹਨਾਂ ਨੂੰ ਰਿਕਰੂਟ ਕਰਦੇ ਆ, ਜਿਹੜੇ ਹੋਰ ਗਲਤ ਅਨਸਰ ਆ, ਜਿਹੜੇ ਕੁੜੀਆਂ ਦਾ ਸ਼ੋਸ਼ਣ ਕਰਦੇ ਆ, ਉਹਨਾਂ ਦੀ ਆਵਾਜ਼ ਵੀ ਉਨੀ ਜ਼ਬਰਦਸਤ ਤਰੀਕੇ ਨਾਲ ਉਠਾਉਣੀ ਚਾਹੀਦੀ ਆ ਤੇ ਉਹਨਾਂ ਦੇ ਖਿਲਾਫ ਵੀ ਆਪਾਂ ਨੂੰ ਜਾਣੀ ਕਮਿਊਨਿਟੀ ਦੇ ਵਿੱਚ ਗੱਲਬਾਤ ਕਰਨੀ ਚਾਹੀਦੀ ਆ ਤਾਂ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਵਿਦਨ ਕਮਿਊਨਿਟੀ ਐਕਸਪਲੋਇਟੇਸ਼ਨਸ ਆ ਉਹਨਾਂ ਨੂੰ ਤਾਂ ਘੱਟੋ ਘੱਟ ਆਪਾਂ ਠੱਲ ਪਾ ਸਕੀਏ। ਸਮਾਜ ਦੇ ਵਿੱਚ ਜਾਂ ਆਪਣੀ ਸੁਸਾਇਟੀ ਵਿੱਚ ਕਾਲੀਆਂ ਭੇਡਾਂ ਉਹਨਾਂ ਨੂੰ ਵੀ ਪਹਿਚਾਨਣ ਦੀ ਲੋੜ ਆ ਜਿਨ੍ਹਾਂ ਨੂੰ ਆਪਾਂ ਪਹਿਚਾਨਦੇ ਨਹੀਂ, ਭਾਵੇਂ ਕਿ ਮੈਨੂੰ ਇੱਥੇ ਇਹੋ ਜਿਹਾ ਵਰਡ ਨਹੀਂ ਕਹਿਣਾ ਚਾਹੀਦਾ। ਪਰ ਹੁਣ ਜਿਹੜੀ ਅਗਲੀ ਗੱਲ ਹੈ ਕਿ ਜਿਹੜੀ ਤੁਹਾਡੀ ਕਮਿਊਨਿਟੀ ਹੈ, ਜਿਹੜੀ ਤੁਸੀਂ ਸਰਵਿਸਿਜ਼ ਦਿੰਦੇ ਹੋ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ, ਉਹਦਾ ਕੀ ਰੋਲ ਹੈ ਇਹਦੇ ਵਿੱਚ? ਤੁਸੀਂ ਕਿਸ ਤਰ੍ਹਾਂ ਇਹਨਾਂ ਸਟੂਡੈਂਟਸ ਦੇ ਲਈ ਇਹਨਾਂ ਦੀ ਬਾਂਹ ਫੜ ਸਕਦੇ ਹੋ, ਜਾਂ ਇਹਨਾਂ ਨੂੰ ਜੇ ਕੋਈ ਤੁਹਾਡੇ ਕੋਲ ਅਪਰੋਚ ਕਰਦਾ ਤਾਂ ਕਿੱਦਾਂ ਤੁਸੀਂ ਉਹਦੀ ਸਪੋਰਟ ਕਰਦੇ ਹੋ? ਹੁਣ ਇਕੱਠੀਆਂ ਹੋ ਰਹੀਆਂ ਕਿਉਂਕਿ ਇਹ ਜਿਹੜਾ ਕੰਮ ਆ, ਜਿਵੇਂ ਹੁਣ ਪੈਸੇ, ਹੁਣ ਜੇ ਕਿਸੇ ਸਟੂਡੈਂਟ ਕੋਲੇ ਪੈਸੇ ਹੈ ਨਹੀਂ ਕਿ ਰੈਂਟ ਦੇਣ ਨੂੰ, ਉਹਦੇ ਵਾਸਤੇ ਆਪਾਂ ਨੂੰ ਇਹ ਇੱਕ ਇਕੱਲੀ ਸੰਸਥਾ ਇਹ ਪ੍ਰੋਬਲਮ ਸੋਲਵ ਨਹੀਂ ਕਰ ਸਕਦੀ, ਰਾਈਟ? ਸੋ ਇਹਦਾ ਮਤਲਬ ਆਪਾਂ ਨੂੰ, ਸੋ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਇੱਕ ਪ੍ਰੋਜੈਕਟ ਉਲੀਕਿਆ ਜਿਹਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੂੰ ਅਸੀਂ ਇਕੱਠੀਆਂ ਕਰ ਰਹੇ ਹਾਂ ਤਾਂ ਕਿ ਅਸੀਂ ਕਾਉਂਸਲਿੰਗ ਕਰ ਸਕਦੇ ਹਾਂ, ਸਾਡੀ ਸੰਸਥਾ ਕਾਉਂਸਲਿੰਗ ਕਰ ਸਕਦੀ ਹੈ, ਅਸੀਂ ਐਡਿਕਸ਼ਨਸ ਦੇ ਉਹਦੇ 'ਚ ਮਾਹਰ ਹਾਂ, ਅਸੀਂ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਅਸੀਂ ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਅਸੀਂ ਆਪਣੀ ਪੁਲਿਸ ਨਾਲ ਤੇ ਜਿਹੜੇ ਪ੍ਰੋਬੇਸ਼ਨ ਆਫੀਸਰਸ ਆ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ। ਜਿਵੇਂ ਫਾਰ ਐਗਜ਼ਾਮਪਲ ਕਾਫੀ ਸਾਰੇ ਆਪਣੇ ਜਿਹੜੇ ਮੁੰਡੇ ਆ ਜਿਹੜੇ ਖਾਸ ਕਰਕੇ ਪਿੰਡਾਂ ਤੋਂ ਥੋੜ੍ਹੇ ਜਿਹੇ ਆਉਂਦੇ ਆ, ਉਹਨਾਂ ਦਾ ਇੰਟਰਐਕਸ਼ਨ ਕੁੜੀਆਂ ਨਾਲ ਵਧੀਆ ਨਹੀਂ ਹੁੰਦਾ ਕੈਨੇਡਾ ਆ ਕੇ, ਕਿਉਂਕਿ ਉਹਨਾਂ ਨੇ ਵਿਚਾਰਿਆਂ ਨੇ ਕਦੇ ਕੋਈ ਇੰਟਰੈਕਸ਼ਨ ਕੀਤਾ ਹੀ ਨਹੀਂ ਹੁੰਦਾ ਪੰਜਾਬ 'ਚ। ਤੇ ਉਹ ਜਦੋਂ ਇੱਥੇ ਆਉਂਦੇ ਆ ਤੇ ਉਹ ਜਿਹੜੀਆਂ ਇੱਥੋਂ ਦੀਆਂ ਜੰਪਲ ਕੁੜੀਆਂ, ਉਹਨਾਂ ਨੂੰ ਲੱਗਦਾ ਵੀ ਇਹ ਸਾਨੂੰ ਇਨਅਪਰੋਪਰੀਏਟ ਟੱਚ ਕਰਦੇ ਆ, ਇਨਅਪਰੋਪਰੀਏਟ ਸਾਨੂੰ ਕਮੈਂਟ ਕਰਦੇ ਆ ਤੇ ਇੱਥੇ ਅਨਫੋਰਚੂਨੇਟਲੀ ਉਸ ਨੂੰ ਆਪਾਂ ਸੈਕਸ਼ੂਅਲ ਹਰੈਸਮੈਂਟ ਕਹਿੰਦੇ ਆ। ਤੇ ਉਹ ਜਦੋਂ ਇਹੋ ਜਿਹੇ ਚਾਰਜਸ ਉਸ ਮੁੰਡੇ ਤੇ ਲੱਗ ਜਾਂਦੇ ਆ ਤੇ ਅਸੀਂ ਫਿਰ ਉਹ ਪ੍ਰੋਬੇਸ਼ਨ ਆਫਿਸਰਾਂ ਨੂੰ ਗੱਲ ਕੀਤੀ ਵੀ ਇਹ ਜਿਹੜੇ ਬੱਚੇ ਆਏ ਆ ਔਰ ਜੇ ਸਾਡੇ ਨਾਲ ਤੁਸੀਂ ਸਾਨੂੰ ਕਨੈਕਟ ਕਰਾਓ ਤਾਂ ਕਿ ਅਸੀਂ ਇਹਨਾਂ ਤੇ ਇਹ ਚਾਰਜਸ ਕਲੀਅਰ ਕਰੀਏ, ਕਿਉਂਕਿ ਵਰਨਾ ਇਹਨਾਂ ਦੇ ਉੱਤੇ ਜੇ ਇਹੋ ਜਿਹੇ ਚਾਰਜਸ ਲੱਗ ਗਏ ਸੈਕਸ਼ੂਅਲ ਹਰੈਸਮੈਂਟ ਦੇ ਤਾਂ ਇਹ ਬੜਾ ਇਹਨਾਂ ਵਾਸਤੇ ਪ੍ਰੋਬਲਮੈਟਿਕ ਹੋਊਗਾ, ਜਦੋਂ ਕਿ ਉਸ ਬੱਚੇ ਨੂੰ ਪਤਾ ਹੀ ਨਹੀਂਗਾ ਕਿਸ ਤਰੀਕੇ ਨਾਲ ਇੰਟਰੈਕਟ ਕਰਨਾ। ਸੋ ਇਸ ਚੀਜ਼ ਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਕੰਮ ਕਰ ਰਹੀ ਆ। ਪਰ ਅਸੀਂ ਹੋਰ ਵੀ ਕਈ, ਜਿਵੇਂ ਸਾਡੇ ਕੋਲੇ 9 ਕੇਸਿਸ ਹੈਗੇ ਆ ਆਪਣੀਆਂ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੀਆਂ ਪ੍ਰੈਗਨੈਂਟ ਆ। ਲੱਕੀਲੀ ਇਹ ਆ ਕਿ ਉਹਨਾਂ ਦੇ ਜਿਹੜੇ ਬॉयਫ੍ਰੈਂਡਸ ਆ ਉਹ ਸਾਰੇ ਨਾਲ ਆ, ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਣਾ, ਇਹ ਮਤਲਬ ਕਿ ਅਸੀਂ ਰਵਾਂਗੇ। ਅਸੀਂ ਉਹ ਵੀ ਹੁਣ ਵਿਚਾਰਾ ਯੰਗ ਅੰਡਰ ਏਜ ਆ, ਇਹ ਕੁੜੀ ਵੀ ਵਿਚਾਰੀ ਬਹੁਤ ਯੰਗ ਆ, ਤੇ ਹੁਣ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਕਿ ਉਹ ਜਦੋਂ ਮਦਰ ਬਣੂਗੀ ਤੇ ਉਹਨਾਂ ਦੇ ਕੋਲੇ ਬੇਸਮੈਂਟ ਹੋਵੇ, ਉਹਨਾਂ ਦੇ ਕੋਲੇ ਰਹਿਣ ਨੂੰ ਹੋਵੇ, ਉਹਨਾਂ ਨੂੰ ਪਤਾ ਹੋਵੇ ਕਿ ਬੇਬੀ ਦੀ ਪਰਵਰਿਸ਼ ਕੈਨੇਡਾ 'ਚ ਕਾਨੂੰਨ ਦੇ ਹਿਸਾਬ ਨਾਲ ਕਿਵੇਂ ਕਰਨੀ ਆ, ਨਹੀਂ ਤਾਂ ਇਹ ਨਾ ਹੋਵੇ ਕਿ ਬੱਚਾ ਹੀ ਲੈ ਜਾਵੇ ਚਿਲਡਰਨ ਏਡ ਸੁਸਾਇਟੀ ਵਾਲੇ। ਸੋ ਉਹ 9 ਮਦਰਸ ਨੂੰ ਅਸੀਂ ਸਪੋਰਟ ਕਰ ਰਹੇ ਹਾਂ, ਉਹਦੇ 'ਚ ਚਿਲਡਰਨ ਏਡ ਵੀ ਇਨਵੋਲਵਡ ਆ, ਉਹਦੇ 'ਚ ਹੋਰ ਏਜੰਸੀਜ਼ ਵੀ ਇਨਵੋਲਵਡ ਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਡਾਕਟਰੀ ਸਹਾਇਤਾ ਵੀ ਮਿਲਣੀ ਆ। ਉਹ ਬੇਬੀ ਡਿਲੀਵਰ ਹੋਣ ਤੇ ਇਹ ਨਾ ਹੋਵੇ 20,000 ਦਾ ਉਹਨਾਂ ਨੂੰ ਬਿੱਲ ਫੜਾ ਦੇਣ ਵੀ ਆਹ ਲਓ ਜੀ ਤੁਹਾਡਾ 20,000 ਦਾ ਬਿੱਲ ਆ, ਦਿਓ ਹੁਣ। ਸੋ ਉਹ ਸਾਰੀਆਂ ਚੀਜ਼ਾਂ ਅਸੀਂ ਭੱਜ ਨੱਠ ਕਰਕੇ ਉਹ ਵੀ ਅਸੀਂ ਸੋਲਵ ਕਰ ਰਹੇ ਹਾਂ ਪ੍ਰੋਬਲਮ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮਿਲ ਕੇ, ਅਸੀਂ ਨਹੀਂ ਕਹਿੰਦੇ ਵੀ ਇਹ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇਕੱਲਾ ਹੀ ਸਾਰਾ ਕੁਝ ਕਰੂ, ਹੋਰ ਬਹੁਤ ਸਾਰੀਆਂ ਏਜੰਸੀਆਂ ਨਾਲ ਅਸੀਂ ਮਿਲ ਕੇ ਇਹ ਪ੍ਰੋਜੈਕਟ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਦੱਸਾਂਗੇ ਕਿ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਤੇ ਉਹਨਾਂ ਨੂੰ ਅਸੀਂ ਕਿਵੇਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ ਮੁੱਤਾ ਜੀ, ਤੁਸੀਂ ਜਿਹੜੀਆਂ ਮੁਸ਼ਕਲਾਂ ਦੱਸੀਆਂ, ਜਿਹੜੀਆਂ ਪ੍ਰੈਕਟੀਕਲ ਹੈਗੀਆਂ ਨੇ, ਜਿਹੜੀਆਂ ਗਰਾਊਂਡ ਦੇ ਵਿੱਚ ਆਉਂਦੀਆਂ ਨੇ, ਔਰ ਕਈ ਵਾਰੀ ਬੀਇੰਗ ਏ ਸੋਸਾਇਟੀ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਜਿਹੀਆਂ ਮੁਸ਼ਕਲਾਂ ਵੀ ਵਿਦਿਆਰਥੀਆਂ ਨੂੰ ਆ ਰਹੀਆਂ ਨੇ। ਸਾਡਾ ਪ੍ਰੋਗਰਾਮ ਕਈ ਪੰਜਾਬ ਦੇ ਵਿੱਚ ਲੋਕ ਬੈਠੇ ਵੀ ਦੇਖਦੇ ਹੁੰਦੇ ਨੇ, ਕਿਉਂਕਿ ਜਦੋਂ ਆਪਾਂ ਸ਼ੇਅਰ ਕਰਦੇ ਹਾਂ ਉਹਨਾਂ ਦੇ ਨਾਲ ਜਿਹੜੇ ਸਾਡੇ ਚੈਨਲ ਦੇ ਉੱਤੇ, ਤੇ ਉਹ ਦੇਖਦੇ ਨੇ, ਤੇ ਉਹਨਾਂ ਲੋਕਾਂ, ਜੇਕਰ ਕੋਈ ਸੁਣਦਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨ ਵੀ ਆਪਾਂ ਦੇਖਿਆ ਕਿ ਬੜਾ ਵੱਡਾ ਡਿਬੇਟ ਦਾ ਇਸ਼ੂ ਬਣਿਆ ਰਿਹਾ, ਖਾਸ ਤੌਰ ਤੇ ਜਿਹੜਾ ਆਇਲਸ ਨਾਲ ਜਿਹੜਾ ਟੈਸਟ ਹੈ ਉਹਦੇ ਨਾਲ ਸੰਬੰਧਿਤ ਮੈਰਿਜਸ ਹੋ ਰਹੀਆਂ ਨੇ, ਕਿ ਇੱਕ ਤਰ੍ਹਾਂ ਕਹਿ ਲਓ ਕਿ ਕੰਟਰੈਕਟ ਮੈਰਿਜਸ ਦੀ ਤਰ੍ਹਾਂ ਹੀ ਉਹ ਵਿਆਹ ਹੋ ਰਹੇ ਨੇ। ਸਮਾਜ ਦੇ ਵਿੱਚ ਇੱਕ ਨਵੀਂ ਪਿਰਤ ਸ਼ੁਰੂ ਹੋ ਗਈ ਆ, ਜਿਹਦੇ ਬਾਰੇ ਬਹੁਤ ਸਾਰੇ ਪੋਜ਼ੀਟਿਵ ਗੱਲਾਂ ਵੀ ਨੇ, ਨੈਗੇਟਿਵ ਵੀ ਨੇ। ਪੋਜ਼ੀਟਿਵ ਇਹ ਨੇ ਕਿ ਪਹਿਲਾਂ ਦਹੇਜ ਦੇ ਲਈ ਲੋਕੀ ਦਹੇਜ ਦਿੰਦੇ ਸਨ ਤੇ ਲੜਕੀ ਦਾ ਵਿਆਹ ਹੁੰਦਾ ਸੀ, ਹੁਣ ਕਈ ਲੜਕੀਆਂ ਜਿਹੜੀਆਂ ਉਹ ਡਿਮਾਂਡ ਕਰਦੀਆਂ ਨੇ ਤੇ ਉਸ ਅਕੋਰਡਿੰਗਲੀ ਵਿਆਹ ਹੁੰਦੇ ਨੇ। ਇਸ ਸਾਰੀ ਮੁਸ਼ਕਿਲ ਬਾਰੇ ਥੋੜ੍ਹੇ ਸ਼ਬਦਾਂ 'ਚ ਕੀ ਕਹੋਗੇ ਤੁਸੀਂ? ਸੋ ਇੱਕ ਤਾਂ ਮੈਂ ਕਹੂੰਗਾ ਕਿ ਜਿਹੜਾ ਵੀ ਆਪਣੇ ਇਹ ਟੈਲੀਵਿਜ਼ਨ ਦੇਖ ਰਹੇ ਆ ਪੰਜਾਬ ਦੇ ਵਿੱਚ ਲੋਕ, ਉਹ ਮਤਲਬ ਕਿ ਇਹਨੂੰ ਆਪਾਂ ਸ਼ਾਰਟਕਟ ਕਹਿ ਸਕਦੇ ਹਾਂ। ਪਲੀਜ਼ ਤੁਸੀਂ ਇਹ ਸ਼ਾਰਟਕਟ ਨਾ ਕਰੋ।
ਜਿਹੜੇ ਇੱਕ ਸਿਸਟਮ, ਇੱਕ ਸਮਾਜ ਦੇ ਵਿੱਚ ਜਿਹੜਾ ਸਿਸਟਮ ਹੁੰਦਾ, ਉਹ ਸਿਸਟਮ ਸੈੱਟ ਕੀਤਾ ਜਾਂਦਾ, ਉਸ ਸਿਸਟਮ ਦੇ ਵਿੱਚ ਅਗਰ ਤੁਸੀਂ ਰਹੋਗੇ ਤੁਹਾਨੂੰ ਸਫਲਤਾ ਜ਼ਰੂਰ ਮਿਲੂਗੀ। ਸੋ ਜਿਹੜਾ ਕੋਈ ਬੱਚਾ ਇੰਟੈਲੀਜੈਂਟ ਆ ਉਹ ਆਪਣੇ ਪੈਰਾਂ ਤੇ ਆ ਕੇ ਆਪਣੇ ਹਾਰਡ ਵਰਕ ਕਰਕੇ ਆਪਣੇ ਪੈਰਾਂ ਤੇ ਖੜਾ ਹੁੰਦਾ ਤੇ ਉਹ ਵਾਕਿਆ ਹੀ ਸਕਸੈਸਫੁਲ ਹੁੰਦਾ। ਬਹੁਤ ਸਾਰੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਵਿਚਾਰਿਆਂ ਨੇ ਇੱਥੇ ਆ ਕੇ, ਹੁਣ ਉਹ ਪੀਲ ਰੀਜਨਲ ਪੁਲਿਸ 'ਚ ਉਹ ਪੁਲਿਸ ਆਫਿਸਰ ਆ। ਸੋ ਉਹ ਵੀ ਸਾਨੂੰ ਮਤਲਬ ਕਿ ਸਾਡੇ ਹੱਥਾਂ ਦੇ ਵਿੱਚ ਦੀ ਗਏ ਆ। ਉਹਨਾਂ ਨੂੰ ਵਾਲੰਟੀਅਰ ਵਰਕ ਕਰਨ ਦਾ ਨਹੀਂ ਸੀ ਪਤਾ, ਉਹਨਾਂ ਨੂੰ ਵਾਲੰਟੀਅਰ ਵਰਕ ਕਰਾਇਆ, ਉਹਨਾਂ ਦੀ ਫਿਜ਼ੀਕਲ ਫਿਟਨੈਸ ਕਰਾਈ, ਫਿਰ ਉਹਨਾਂ ਨੇ ਜਾਣੀ ਜਦੋਂ ਉਹ ਇਮੀਗ੍ਰੈਂਟ ਬਣੇ ਤੇ ਉਹ ਹੁਣ ਅੱਜ ਪੁਲਿਸ ਆਫਿਸਰ ਆ। ਸੋ ਸਕਸੈਸ ਸਟੋਰੀਜ਼ ਵੀ ਆਪਣੇ ਕੋਲੇ ਹੈਗੀਆਂ। ਸੋ ਮੈਂ ਇਹੀ ਬੇਨਤੀ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਵੀ ਪਲੀਜ਼ ਤੁਸੀਂ ਥੋੜ੍ਹੀ ਜਿਹੀ ਇਨਵੈਸਟੀਗੇਟ ਕਰੋ। ਤੇ ਜਦੋਂ ਕੁੜੀਆਂ ਦਾ ਮਾਮਲਾ ਆਉਂਦਾ ਤੇ ਮੁੰਡਿਆਂ ਦਾ ਮਾਮਲਾ ਆਉਂਦਾ ਜਿਹੜੀ ਯੰਗ ਏਜ 'ਚ ਆ, ਪਲੀਜ਼ ਉਹਨਾਂ ਨੂੰ ਪਹਿਲਾਂ ਮੈਂਟਲੀ ਤੌਰ ਤੇ ਸੋਸ਼ਲੀ ਤੌਰ ਤੇ ਉਹਨਾਂ ਨੂੰ ਮੈਚਿਓਰਿਟੀ ਦੇ ਤੌਰ ਤੇ ਪ੍ਰਿਪੇਅਰ ਕਰੋ, ਕਿਉਂਕਿ ਕੈਨੇਡਾ ਦੇ ਵਿੱਚ ਇਹ ਇੱਕ ਡਿਫਰੈਂਟ ਮੁਲਕ ਆ, ਡਿਫਰੈਂਟ ਲਾਜ਼ ਆ, ਡਿਫਰੈਂਟ ਕਾਨੂੰਨ ਆ, ਡਿਫਰੈਂਟ ਚੀਜ਼ਾਂ, ਤੇ ਉਹਦੇ ਵਾਸਤੇ ਤੁਹਾਡੇ ਬੱਚੇ ਨੂੰ ਮੈਂਟਲੀ ਤੌਰ ਤੇ ਤਿਆਰ ਹੋਣਾ ਬਹੁਤ ਜ਼ਰੂਰੀ ਆ। ਇਹ ਨਹੀਂਗਾ ਵੀ ਤੁਸੀਂ ਉਹਨੂੰ ਕਦੇ ਪਿੰਡ ਤੋਂ ਉਹਨੂੰ ਸ਼ਹਿਰ ਵੀ ਨਹੀਂ ਇਕੱਲੇ ਜਾਣ ਦਿੱਤਾ ਤੇ ਉਹਨੂੰ ਪਲੇਨ ਤੇ ਚੜਾ ਕੇ ਕੈਨੇਡਾ ਪਹੁੰਚਤਾ ਤੇ ਉਹਦੇ ਵਾਸਤੇ ਇੱਕਦਮ ਇੱਕ ਸ਼ੌਕ ਲੱਗਦਾ, ਉਹਨੂੰ ਵਿਚਾਰੇ ਨੂੰ ਆਪਾ ਵੀ ਨਹੀਂ ਪਤਾ ਹੁੰਦਾ ਵੀ ਮੈਂ ਆਪਣੇ ਆਪ ਨੂੰ ਸਾਂਭਣਾ ਕਿਵੇਂ ਆ। ਉਹ ਟ੍ਰੇਨਿੰਗ ਮੇਰਾ ਖਿਆਲ 'ਚ ਜ਼ਰੂਰ ਦੇਣੀ ਚਾਹੀਦੀ ਹੈ ਪੰਜਾਬ 'ਚ। ਬਿਲਕੁਲ ਬਿਲਕੁਲ ਮੁੱਤਾ ਜੀ। ਤੇ ਹੁਣ ਜਾਂਦੇ ਜਾਂਦੇ ਆਖਰੀ ਸਵਾਲ ਇਹ ਹੈ ਕਿ ਕੋਈ ਜਿਹੜਾ ਵਿਦਿਆਰਥੀ ਦੇਖ ਰਹੇ ਹੋਣਗੇ ਪ੍ਰੋਗਰਾਮ, ਕੋਈ ਕਿਸੇ ਮੁਸ਼ਕਲ 'ਚ ਹੋ ਸਕਦਾ, ਉਹ ਤੁਹਾਡੇ ਨਾਲ ਜੇਕਰ ਕੰਟੈਕਟ ਕਰਨਾ ਚਾਹੇ, ਤੁਹਾਡੇ ਨਾਲ ਸੰਪਰਕ ਕਰਨਾ ਚਾਹੇ, ਉਹ ਕਿਸ ਤਰ੍ਹਾਂ ਕਰ ਸਕਦਾ? ਕੀ ਕਿਹੜਾ ਰਸਤਾ ਅਪਣਾ ਸਕਦਾ? ਜੀ, ਇੱਕ ਤਾਂ ਹੈਗੀ ਆ ਕਿ ਉਹ ਸਾਨੂੰ ਸਾਡੀ ਵੈਬਸਾਈਟ ਤੇ ਜਾ ਸਕਦਾ pchsforyou.com ਤੇ, ਜਾਨੀ ਜਾਂ ਪੰਜਾਬੀ ਕਮਿਊਨਿਟੀ ਗੂਗਲ 'ਚ ਟਾਈਪ ਕਰਕੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਟੋਰਾਂਟੋ ਇੰਜਾ ਕਰ ਦੋ ਤੇ ਉਹ ਆਪਣੀ ਵੈਬਸਾਈਟ ਆ ਜੂਗੀ। ਵੈਬਸਾਈਟ ਤੇ ਇੱਕ ਚੈਟ ਬਾਕਸ ਆ, ਚੈਟ ਬਾਕਸ 'ਚ ਉਹ ਟਾਈਪ ਕਰ ਸਕਦੇ ਆ। ਉਹ ਚੈਟ ਬਾਕਸ 24/7 ਅਸੀਂ ਉਹਨੂੰ ਦੇਖਦੇ ਰਹਿੰਦੇ ਆ, ਤਾਂ ਉਹਦੇ 'ਚ ਉਹ ਆਪਣੀ ਇਨਫੋਰਮੇਸ਼ਨ ਦੇ ਸਕਦਾ, ਫੋਨ ਦੇ ਸਕਦਾ, ਈਮੇਲ ਦੇ ਸਕਦਾ, ਉਹਦੇ ਥਰੂ ਹੋ ਸਕਦੀ ਆ। ਸਾਡਾ ਟੈਲੀਫੋਨ ਨੰਬਰ ਹੈਗਾ 905 677 0889, ਸੋ 9056770889। ਇਹਦੇ ਤੇ ਤੁਸੀਂ ਪਲੀਜ਼ ਜ਼ਰੂਰ ਮੈਸੇਜ ਛੱਡੋ। ਮੈਸੇਜ ਛੱਡ ਕੇ ਆਪਣਾ ਨਾਂ ਛੱਡੋ ਤੇ ਕਿਸ ਟਾਈਮ ਤੇ ਅਸੀਂ ਤੁਹਾਨੂੰ ਵਾਪਸ ਕਾਲ ਕਰੀਏ ਇਹ ਤੁਸੀਂ ਕਰ ਸਕਦੇ ਹੋ। ਤੇ ਆਉਣ ਵਾਲੇ ਟਾਈਮ ਦੇ ਵਿੱਚ ਸਟਾਰਟਿੰਗ ਫਰੋਮ ਸਪਟੈਂਬਰ ਤੇ ਸਾਡੇ ਲਾਈਵ 3 ਜਾਨੀ ਫੁੱਲ ਟਾਈਮ EMPLOYEES ਹੋਣਗੇ ਜਿਹੜੇ ਲਾਈਵ ਕਾਲਸ ਚੱਕਣਗੇ। ਹੁਣ ਕਿਉਂਕਿ ਸਾਨੂੰ ਆਫਿਸ ਨਹੀਂ ਹਜੇ ਖੋਲ੍ਹਣ ਦੇ ਰਹੇ ਤੇ ਸਾਰਾ ਕੁਝ ਹਜੇ ਰਿਮੋਟ ਤੇ ਆ, ਤੇ ਪਲੀਜ਼ ਤੁਸੀਂ ਫੋਨ ਛੱਡੋਗੇ ਤਾਂ ਅਸੀਂ ਕਾਲ ਕਰਾਂਗੇ। ਸੋ ਉਸ ਤਰ੍ਹਾਂ ਤੇ ਜਾਂ ਤੁਸੀਂ ਸਾਨੂੰ ਵੈਬਸਾਈਟ ਤੇ ਥਰੂ ਤੁਸੀਂ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਕਾਲ ਰਿਸਪੌਂਡ ਕਰਾਂਗੇ। ਜਿੱਥੇ ਵੀ ਹੋ ਤੁਸੀਂ ਪੂਰੇ ਕੈਨੇਡਾ 'ਚ ਅਗਰ ਇਹ ਪ੍ਰੋਗਰਾਮ ਜਾ ਰਿਹਾ ਤਾਂ ਪਲੀਜ਼ ਤੁਸੀਂ ਸਾਨੂੰ ਕਾਲ ਜ਼ਰੂਰ ਕਰੋ। ਅਸੀਂ ਉੱਥੇ ਤੋਂ ਲੱਭ ਕੇ ਤੁਹਾਨੂੰ ਕੋਈ ਨਾ ਕੋਈ ਲਿੰਕ ਜਾਨੀ ਜੋੜ ਦਾਂਗੇ ਤੁਹਾਡਾ, ਵੀ ਜਿਹੜਾ ਕਿ ਤੁਹਾਨੂੰ ਹੈਲਪ ਕਰ ਸਕਦਾ। ਅਗਰ ਤੁਸੀਂ ਫਾਰ ਐਗਜ਼ਾਮਪਲ ਮੈਨੀਟੋਬਾ 'ਚ ਵੀ ਹੋ ਤਾਂ ਵੀ ਅਸੀਂ ਕੋਈ ਲੱਭ ਕੇ ਤੇ ਤੁਹਾਨੂੰ ਜੋੜ ਦਾਂਗੇ ਕਿਸੇ ਸੰਸਥਾ ਦੇ ਨਾਲ। ਇੱਦਾਂ ਹੁੰਦਾ ਕਿ ਕੋਈ ਸਾਡਾ ਸਾਥੀ, ਜਿੱਦਾਂ ਕੋਈ ਸਟੂਡੈਂਟ ਆ, ਉਹਦਾ ਕੋਈ ਸਾਥੀ ਮੁਸ਼ਕਲ 'ਚ ਹੁੰਦਾ ਤੇ ਉਹ ਆਪ ਦੱਸਣਾ ਨਹੀਂ ਚਾਹੁੰਦਾ, ਪਰ ਉਹ ਸਾਥੀ ਆਪਣੇ ਉਹਦੇ ਬਾਰੇ ਦੱਸ ਸਕਦਾ ਕਿ ਮੇਰਾ ਇਹ ਸਾਥੀ, ਮੇਰਾ ਦੋਸਤ, ਮੇਰਾ ਮਿੱਤਰ ਮੁਸ਼ਕਲ 'ਚ ਹੈ। ਜੀ, ਉਹ ਵੀ ਕਰ ਸਕਦੇ ਹੋ ਤੁਸੀਂ। ਅਸੀਂ ਤੁਹਾਨੂੰ ਬਕਾਇਦਾ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਹਾਂ। ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਇਹਨੂੰ ਕਿਵੇਂ, ਕਿਹੜੀ ਹੈਲਪ ਹੋ ਸਕਦੀ ਆ। ਤੇ ਜੇ ਤੁਸੀਂ ਉਹਨੂੰ ਕਨਵਿੰਸ ਕਰ ਲਿਆ ਆਪਣੇ ਸਾਥੀ ਨੂੰ ਵੀ ਤੂੰ ਹੈਲਪ ਲੈ ਲਾ, ਅਸੀਂ ਮਤਲਬ ਕਿ ਆ ਕੇ ਵੀ ਹੈਲਪ ਕਰ ਸਕਦੇ ਹਾਂ। ਅਸੀਂ ਜ਼ੂਮ ਰਾਹੀਂ ਵੀ ਹੈਲਪ ਕਰ ਸਕਦੇ ਹਾਂ। ਫਰਜ਼ ਕਰ ਲਓ ਕੋਈ ਸੱਡਬਰੀ ਬੈਠਾ ਆਪਣਾ, ਤੇ ਉਹ ਸੱਡਬਰੀ ਤਾਂ ਇਮੀਡੀਏਟਲੀ ਜਾਇਆ ਨਹੀਂ ਜਾ ਸਕਦਾ, ਪਰ ਅਸੀਂ ਥਰੂ ਜ਼ੂਮ, ਥਰੂ ਫੋਨ, WhatsApp ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਸ ਬੱਚੇ ਦੀ ਮਦਦ ਜ਼ਰੂਰ ਕਰਾਂਗੇ। ਬਹੁਤ ਵਧੀਆ, ਬਹੁਤ ਵਧੀਆ ਤੁਹਾਡੇ ਜਿਹੜਾ ਤੁਸੀਂ ਐਫਰਟ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਜੇਕਰ ਕੋਈ ਗੱਲ ਮੈਂ ਮਿਸ ਕਰ ਗਿਆ ਹੋਵਾਂ, ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ, ਨਹੀਂ ਤਾਂ ਬਹੁਤ ਬਹੁਤ ਧੰਨਵਾਦ ਜੀ। ਜੀ, ਥੈਂਕ ਯੂ। ਨਹੀਂ, ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਥੈਂਕ ਯੂ, ਤੇ ਪ੍ਰਵਾਸੀ TV ਦਾ ਵੀ। ਤੇ ਮੇਰੀ ਸਿਰਫ ਇਹੀ ਬੇਨਤੀ ਆ ਕਿ ਆਪਾਂ ਇਹ ਬੱਚੇ ਆਪਣੇ ਆ, ਇਹ ਕੋਈ ਗੈਰ ਬੱਚੇ ਨਹੀਂ ਗੇ। ਜੇ ਆਪਣੇ ਬੱਚਿਆਂ ਤੋਂ ਗਲਤੀਆਂ ਹੁੰਦੀਆਂ ਤਾਂ ਆਪਾਂ ਵੱਡੇ ਆ, ਆਪਾਂ ਨੂੰ ਇਹਨਾਂ ਨੂੰ ਮਾਫ ਕਰਨਾ ਚਾਹੀਦਾ, ਆਪਾਂ ਨੂੰ ਇਹਨਾਂ ਨੂੰ ਸਹੀ ਗਾਈਡ ਕਰਨਾ ਚਾਹੀਦਾ। ਔਰ ਉਮੀਦ ਆ ਕਿ ਜਿਹੜੇ ਮੈਜੋਰਿਟੀ ਬੱਚੇ ਆ ਉਹ ਬਿਲਕੁਲ ਸਹੀ ਆ, ਉਹ ਇੱਥੋਂ ਦੇ ਨਾਗਰਿਕ ਬਣਨਗੇ ਇੱਕ ਦਿਨ। ਤੇ ਆਪਾਂ ਜਦੋਂ ਅੱਜ ਤੋਂ 20 ਸਾਲ ਬਾਅਦ ਵੀਰ ਜੀ ਆਪਾਂ ਦੇਖਾਂਗੇ ਤਾਂ ਆਪਾਂ ਨੂੰ ਫਖਰ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਬੱਚਿਆਂ ਦੀ ਹੈਲਪ ਕੀਤੀ ਸੀ ਇੱਕ ਚੰਗੇ ਕੈਨੇਡਾ ਬਣਾਉਣ ਦੇ ਵਿੱਚ। ਸੋ ਅਖੀਰ ਦੇ ਵਿੱਚ ਮੇਰਾ ਇਹੀ ਕਹਿਣਾ ਹੋਊਗਾ। ਬਹੁਤ ਬਹੁਤ ਧੰਨਵਾਦ ਬਲਦੇਵ ਮੁੱਤਾ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਤੁਸੀਂ ਜੋ ਕੰਮ ਕਰ ਰਹੇ ਹੋ ਉਹ ਵੀ ਸ਼ੇਅਰ ਕੀਤਾ, ਜੋ ਵਿਦਿਆਰਥੀਆਂ ਦੀ ਮੁਸ਼ਕਲਾਂ ਉਸ ਬਾਰੇ ਵੀ ਗੱਲਬਾਤ ਕੀਤੀ। ਪ੍ਰਵਾਸੀ TV ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ।
ਸੋ ਇਹ ਸਨ ਬਲਦੇਵ ਮੁੱਤਾ ਜੀ, ਜਿਹੜੇ CEO ਨੇ PCHS, ਜਿਹੜੀ ਸਰਵਿਸਿਜ਼ ਦਿੰਦੀ ਹੈ ਸੰਸਥਾ ਬਹੁਤ ਦੇਰ ਤੋਂ। ਵਿਸ਼ੇਸ਼ ਤੌਰ 'ਤੇ ਅੱਜ ਵਿਦਿਆਰਥੀਆਂ ਬਾਰੇ, ਇੰਟਰਨੈਸ਼ਨਲ ਸਟੂਡੈਂਟਸ ਬਾਰੇ ਉਹਨਾਂ ਨਾਲ ਗੱਲ ਕੀਤੀ। ਸੋ ਦੋਸਤੋ, ਸਟੂਡੈਂਟਸ ਵਿਦਿਆਰਥੀ ਉਹ ਆਪਣੇ ਹੀ ਨੇ, ਆਪਣੀ ਕਮਿਊਨਿਟੀ ਦੇ ਨੇ। ਕੋਈ ਵੀ ਇਸ ਧਰਤੀ 'ਤੇ ਆਉਂਦਾ ਤਾਂ ਇੱਕ ਵਾਰੀ ਉਸਨੂੰ ਕਲਚਰਲ ਸ਼ੌਕ ਲੱਗਦਾ ਹੈ। ਨਵੀਂ ਜਗ੍ਹਾ 'ਤੇ ਆ ਕੇ ਰਹਿਣਾ, ਉੱਥੇ ਆ ਕੇ ਕਾਮਯਾਬ ਹੋਣਾ ਬੜਾ ਮੁਸ਼ਕਲ ਹੁੰਦਾ ਹੈ। ਪੈਰ ਪੈਰ 'ਤੇ ਮੁਸ਼ਕਲਾਂ ਆਉਂਦੀਆਂ, ਸਰੀਰਕ ਮੁਸ਼ਕਲਾਂ, ਮਾਨਸਿਕ ਮੁਸ਼ਕਲਾਂ। ਤਾਂ ਉਹਨਾਂ ਦੇ ਲਈ ਆਪਾਂ ਨੂੰ ਵੀ ਜਿੱਥੋਂ ਤੱਕ ਹੋ ਸਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ, ਜਿਵੇਂ ਆਪਾਂ ਆਪਣੇ ਬੱਚਿਆਂ ਦੀ ਕਰਦੇ ਹਾਂ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਟੌਪ 8 at 8। ਤੁਸੀਂ ਜ਼ਰੂਰ ਸਾਨੂੰ ਫੀਡਬੈਕ ਦਿਓ ਤਾਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਸੁਧਾਰ ਕਰ ਸਕੀਏ। ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਇਸ ਪ੍ਰੋਗਰਾਮ ਦੇ ਵਿੱਚ ਕੱਲ੍ਹ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਮਿਹਰਬਾਨੀ, ਸ਼ੁਕਰੀਆ।